ਹੈਲੋ ਦੋਸਤੋ, ਸਤਿ ਸ੍ਰੀ ਅਕਾਲ। ਵੈਲਕਮ ਟੂ ਮਾਈ ਚੈਨਲ ਲਰਨ ਟੂ ਅਰਨ। ਅੱਜ ਆਪਣੀ ਕੰਪਿਊਟਰ ਸੀਰੀਜ਼ ਦੀ ਦੂਸਰੀ ਕਲਾਸ ਹੈ। ਇਸ ਵੀਡੀਓ ਵਿੱਚ ਆਪਾਂ ਤੁਹਾਨੂੰ MS ਵਰਡ ਦਾ ਸੈਕਿੰਡ ਪਾਰਟ ਕਰਾਵਾਂਗੇ। ਇਸ ਤੋਂ ਪਹਿਲਾਂ ਇੱਕ ਕਲਾਸ ਹੋ ਚੁੱਕੀ ਹੈ, ਜੇਕਰ ਤੁਸੀਂ ਉਹ ਨਹੀਂ ਦੇਖੀ ਤਾਂ ਜ਼ਰੂਰ ਦੇਖਿਓ। ਇਸ ਕੰਪਿਊਟਰ ਸੀਰੀਜ਼ ਦੀ ਆਪਾਂ ਇੱਕ ਵੱਖਰੀ ਪਲੇਲਿਸਟ ਬਣਾਈ ਹੋਈ ਹੈ, ਜਿਸ ਦਾ ਲਿੰਕ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੇਖ ਸਕਦੇ ਹੋ। ਇਹ ਆਪਾਂ ਤੁਹਾਨੂੰ MS ਵਰਡ ਦੇ ਰਿਲੇਟਿਡ ਸਾਰੇ ਇੰਪੋਰਟੈਂਟ ਕੁਐਸਚਨਸ ਕਰਾ ਰਹੇ ਹਾਂ। ਜਾਂ ਤਾਂ ਤੁਸੀਂ ਇਸ ਦੇ ਨੋਟਸ ਬਣਾ ਸਕਦੇ ਹੋ, ਜਾਂ ਫਿਰ ਅਸੀਂ ਇਸ ਦੀ ਇੱਕ PDF ਵੀ ਪ੍ਰੋਵਾਈਡ ਕਰਾਵਾਂਗੇ ਤੁਹਾਨੂੰ, ਤੁਸੀਂ ਉਹ ਵੀ ਡਾਊਨਲੋਡ ਕਰ ਸਕਦੇ ਹੋ। ਅਤੇ PDF ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ 'ਤੇ ਮਿਲੇਗੀ, ਅਤੇ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੇਖ ਸਕਦੇ ਹੋ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਹੁਣ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ ਦੇਖੀਏ ਜੀ, ਫਰੋਮ ਵਿਚ ਮੈਨਿਊ ਯੂ ਕੈਨ ਇਨਸਰਟ ਹੈਡਰ ਐਂਡ ਫੂਟਰ। ਤੁਸੀਂ ਕਿਹੜੇ ਮੈਨਿਊ ਤੋਂ ਹੈਡਰ ਅਤੇ ਫੂਟਰ ਪਾ ਸਕਦੇ ਹੋ? ਇਨਸਰਟ ਮੈਨਿਊ ਤੋਂ। ਕਿਹੜੇ ਮੈਨਿਊ ਤੋਂ? ਇਨਸਰਟ ਮੈਨਿਊ ਤੋਂ। ਅਗਲਾ ਸਵਾਲ, ਆਫਟਰ ਟਾਈਪਿੰਗ ਹੈਡਰ ਟੈਕਸਟ ਹਾਊ ਕੈਨ ਯੂ ਕੁਇਕਲੀ ਐਂਟਰ ਫੂਟਰ ਟੈਕਸਟ। ਸਿਰਲੇਖ ਦਾ ਹੈਡਰ ਲਿਖਣ ਤੋਂ ਬਾਅਦ ਤੁਸੀਂ ਫੂਟਰ ਟੈਕਸਟ ਤੇਜ਼ੀ ਨਾਲ ਕਿਵੇਂ ਦਾਖਲ ਕਰ ਸਕਦੇ? ਕਲਿੱਕ ਔਨ ਸਵਿਚ ਬਿਟਵੀਨ ਹੈਡਰ ਐਂਡ ਫੂਟਰ ਦੈਨ ਟਾਈਪ ਦਾ ਟੈਕਸਟ। ਕਲਿੱਕ ਔਨ ਸਵਿਚ ਬਿਟਵੀਨ ਹੈਡਰ ਐਂਡ ਫੂਟਰ ਦੈਨ ਟਾਈਪ ਦਾ ਟੈਕਸਟ। ਅਗਲਾ ਸਵਾਲ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਫਾਲਸ। ਹੇਠਾਂ ਦਿੱਤਾ ਕਿਹੜਾ ਬਿਆਨ ਗਲਤ ਹੈ? ਤਾਂ ਆਪਸ਼ਨ ਦੇਖ ਲਈਏ ਆਪਾਂ ਸਾਰੀਆਂ। ਯੂ ਕੈਨ ਸੈਟ ਡਿਫਰੈਂਟ ਹੈਡਰ ਫੂਟਰ ਫॉर ਈਵਨ ਐਂਡ ਔਡ ਪੇਜਿਸ। ਹਾਂ, ਆਹ ਸਟੇਟਮੈਂਟ ਸਹੀ ਹੈ। ਕਿ ਆਪਾਂ ਡਿਫਰੈਂਟ ਹੈਡਰ ਅਤੇ ਫੂਟਰ ਸੈੱਟ ਕਰ ਸਕਦੇ ਹਾਂ ਈਵਨ ਅਤੇ ਔਡ ਪੇਜਿਸ ਦੇ। ਅਗਲਾ ਸਟੇਟਮੈਂਟ ਦੇਖੋ ਜੀ, ਯੂ ਕੈਨ ਸੈਟ ਡਿਫਰੈਂਟ ਪੇਜ ਨੰਬਰ ਫਾਰਮੈਟਸ ਫॉर ਡਿਫਰੈਂਟ ਸੈਕਸ਼ਨਸ। ਇਹ ਵੀ ਸਟੇਟਮੈਂਟ ਸਹੀ ਹੈ। ਯੂ ਕੈਨ ਸੈਟ ਡਿਫਰੈਂਟ ਹੈਡਰ ਫੂਟਰ ਫॉर ਫਸਟ ਪੇਜ ਆਫ ਅ ਸੈਕਸ਼ਨ। ਫਸਟ ਪੇਜ ਆਫ ਅ ਸੈਕਸ਼ਨ ਦੇ ਆਪਾਂ ਇੱਕ ਵੱਖਰਾ ਹੈਡਰ ਫੂਟਰ ਸੈੱਟ ਕਰ ਸਕਦੇ ਹਾਂ। ਇਹ ਸਟੇਟਮੈਂਟ ਵੀ ਸਹੀ ਹੈ, ਪਰ ਕਿਹੜੀ ਸਟੇਟਮੈਂਟ ਗਲਤ ਹੈ ਜੀ? ਆਹ ਸਟੇਟਮੈਂਟ। ਚੌਥੀ, ਯੂ ਕੈਨ ਸੈਟ ਡਿਫਰੈਂਟ ਹੈਡਰ ਐਂਡ ਫੂਟਰ ਫॉर ਲਾਸਟ ਪੇਜ ਆਫ ਏ ਸੈਕਸ਼ਨ। ਨਹੀਂ, ਆਪਾਂ ਸੈਕਸ਼ਨ ਦੇ ਲਾਸਟ ਪੇਜ 'ਤੇ ਵੱਖਰਾ ਡਿਫਰੈਂਟ ਹੈਡਰ ਫੂਟਰ ਨਹੀਂ ਐਡ ਕਰ ਸਕਦੇ, ਨਹੀਂ ਸੈੱਟ ਕਰ ਸਕਦੇ। ਠੀਕ ਹੈ ਜੀ, ਤਾਂ ਯਾਦ ਰੱਖਣਾ ਹੈ, ਇਹ ਸਟੇਟਮੈਂਟ ਗਲਤ ਹੈ। ਅਗਲਾ ਸਵਾਲ, ਵੇਅਰ ਕੈਨ ਯੂ ਚੇਂਜ ਦਾ ਵਰਟੀਕਲ ਅਲਾਈਨਮੈਂਟ। ਤੁਸੀਂ ਵਰਟੀਕਲ ਅਲਾਈਨਮੈਂਟ ਕਿੱਥੋਂ ਬਦਲ ਸਕਦੇ ਹੋ? ਪੇਜ ਸੈਟਅਪ ਡਾਇਲੌਗ ਬਾਕਸ ਤੋਂ। ਠੀਕ ਹੈ ਜੀ, ਇਸ ਦਾ ਸਹੀ ਆਨਸਰ ਕੀ ਹੈ? ਪੇਜ ਸੈਟਅਪ ਡਾਇਲੌਗ ਬਾਕਸ। ਅਗਲਾ ਸਵਾਲ, ਟੂ ਗੈਟ ਟੂ ਦਾ ਸਿੰਬਲ ਡਾਇਲੌਗ ਬਾਕਸ ਕਲਿੱਕ ਔਨ ਦਾ ਡੈਸ਼ ਮੈਨਿਊ ਐਂਡ ਚੂਜ਼ ਸਿੰਬਲ। ਸਿੰਬਲ ਡਾਇਲੌਗ ਬਾਕਸ 'ਤੇ ਜਾਣ ਲਈ ਡੈਸ਼ ਮੈਨਿਊ ਤੋਂ ਕਲਿੱਕ ਕਰੋ ਅਤੇ ਸਿੰਬਲ ਚੁਣੋ। ਇਨਸਰਟ ਮੈਨਿਊ 'ਤੇ ਕਲਿੱਕ ਕਰਨਾ ਪੈਣਾ ਆਪਾਂ ਨੂੰ। ਠੀਕ ਹੈ ਜੀ, ਇਨਸਰਟ। ਇਸ ਦਾ ਸਹੀ ਆਨਸਰ ਕੀ ਹੈ? ਇਨਸਰਟ ਮੈਨਿਊ। ਅਗਲਾ ਸਵਾਲ, ਵਿਚ ਆਫ ਦਾ ਫੋਲੋਇੰਗ ਸਿੰਬਲ ਸੈਟਸ would be most likely to contain a mathematical symbol such as degree sign, greater than or equal to sign or a Greek letter। ਹੇਠਾਂ ਦਿੱਤੇ ਚਿੰਨ੍ਹ ਸੈਟਾਂ ਵਿੱਚੋਂ ਗਣਿਤ ਦੇ ਚਿੰਨ੍ਹ ਜਿਵੇਂ ਕਿ ਡਿਗਰੀ ਚਿੰਨ੍ਹ, ਇਸ ਤੋਂ ਵੱਡਾ ਜਾਂ ਇਸ ਤੋਂ ਬਰਾਬਰ ਚਿੰਨ੍ਹ ਜਾਂ ਯੂਨਾਨੀ ਅੱਖਰ ਦੀ ਸੰਭਾਵਨਾ ਕਿਸ ਵਿੱਚ ਹੁੰਦੀ ਹੈ? ਸਿੰਬਲ ਦੇ ਵਿੱਚ। ਠੀਕ ਹੈ ਜੀ, ਇਸ ਦਾ ਸਹੀ ਆਨਸਰ ਕੀ ਹੈ? ਆਪਸ਼ਨ ਨੰਬਰ 4 ਸਿੰਬਲ। ਅਗਲਾ ਸਵਾਲ, when assigning a shortcut key to a symbol you should always try to select a key or combination that is। ਇੱਕ ਚਿੰਨ੍ਹ ਨੂੰ ਇੱਕ ਸ਼ਾਰਟਕਟ ਕੁੰਜੀ ਨਿਰਧਾਰਤ ਕਰਦੇ ਸਮੇਂ ਤੁਹਾਨੂੰ ਹਮੇਸ਼ਾ ਇੱਕ ਕੁੰਜੀ ਜਾਂ ਕੁੰਜੀ ਸੰਯੋਗ ਦੀ ਚੋਣ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਅਨਅਸਾਈਨਡ ਹੋ, ਜੋ ਪਹਿਲਾਂ ਕਿਸੇ ਨੂੰ ਨਾ ਦਿੱਤਾ ਗਿਆ ਹੋਵੇ। ਠੀਕ ਹੈ ਜੀ, ਇਸ ਦਾ ਸਹੀ ਆਨਸਰ ਕੀ ਹੈ? ਅਨਅਸਾਈਨਡ। ਅਗਲਾ ਸਵਾਲ, ਆਟੋ ਕਰੈਕਟ ਵਾਜ਼ ਓਰੀਜਨਲੀ ਡਿਜ਼ਾਈਨਡ ਟੂ ਰੀਪਲੇਸ ਡੈਸ਼ ਵਰਡਸ ਐਜ਼ ਯੂ ਟਾਈਪ। ਆਟੋ ਕਰੈਕਟ ਅਸਲ ਵਿੱਚ ਡੈਸ਼ ਸ਼ਬਦਾਂ ਨੂੰ ਬਦਲਣ ਲਈ ਤਿਆਰ ਕੀਤਾ ਗਿਆ ਸੀ। ਮਿਸ ਸਪੈਲਡ, ਜੋ ਕਿ ਜਿਨ੍ਹਾਂ ਦੇ ਸਪੈਲਿੰਗ ਗਲਤ ਹੋਣ, ਉਹਨਾਂ ਨੂੰ ਰੀਪਲੇਸ ਕਰਨ ਦੇ ਲਈ ਇਹ ਆਟੋ ਕਰੈਕਟ ਓਰੀਜਨਲੀ ਡਿਜ਼ਾਈਨ ਕੀਤਾ ਗਿਆ ਸੀ। ਅਗਲਾ ਸਵਾਲ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਸੈਕਿੰਡ ਸਟੈਪ ਇਨ ਕ੍ਰੀਏਟਿੰਗ ਅ ਮੈਕਰੋ। ਮੈਕਰੋ ਬਣਾਉਣ ਦਾ ਦੂਜਾ ਕਦਮ ਇਹਨਾਂ ਵਿੱਚੋਂ ਕਿਹੜਾ ਹੈ? ਅਸਾਈਨ ਅ ਕੀਬੋਰਡ ਸ਼ਾਰਟਕਟ ਟੂ ਦੀ ਮੈਕਰੋ। ਠੀਕ ਹੈ ਜੀ, ਅਸਾਈਨ ਅ ਕੀਬੋਰਡ ਸ਼ਾਰਟਕਟ ਟੂ ਦੀ ਮੈਕਰੋ। ਅਗਲਾ ਸਵਾਲ, ਇਫ ਯੂ ਵਿਲ ਬੀ ਡਿਸਪਲੇਇੰਗ ਔਰ ਪ੍ਰਿੰਟਿੰਗ ਯੂਰ ਡਾਕੂਮੈਂਟ ਔਨ ਅਨਦਰ ਕੰਪਿਊਟਰ you will want to make sure and select the dash option under the save tab।
ਜੇ ਤੁਸੀਂ ਆਪਣੇ ਦਸਤਾਵੇਜ਼ ਨੂੰ ਕਿਸੇ ਹੋਰ ਕੰਪਿਊਟਰ 'ਤੇ ਪ੍ਰਦਰਸ਼ਿਤ ਜਾਂ ਛਾਪ ਰਹੇ ਹੋ ਤਾਂ ਤੁਸੀਂ ਨਿਸ਼ਚਿਤ ਕਰਨਾ ਅਤੇ ਸੇਵ ਟੈਬ ਦੇ ਹੇਠਾਂ ਡੈਸ਼ ਚੋਣ ਨੂੰ ਚੁਣਨਾ ਚਾਹੋਗੇ। ਕਿਹੜੇ ਨੂੰ? ਐਮਬੈਡ ਟਰੂ ਟਾਈਪ ਫੌਂਟਸ ਨੂੰ। ਠੀਕ ਹੈ ਜੀ, ਐਮਬੈਡ ਟਰੂ ਟਾਈਪ ਫੌਂਟਸ ਨੂੰ। ਅਗਲਾ ਸਵਾਲ, ਇਨ ਵਰਡ ਦਾ ਮੇਲਿੰਗ ਲਿਸਟ ਇਜ਼ ਨੋਨ ਐਜ਼ ਦਾ, ਇਨ ਵਰਡ ਦਾ ਮੇਲਿੰਗ ਲਿਸਟ ਇਜ਼ ਨੋਨ ਐਜ਼ ਦਾ, ਵਰਡ ਵਿੱਚ ਮੇਲਿੰਗ ਲਿਸਟ ਨੂੰ ਕੀ ਕਿਹਾ ਜਾਂਦਾ ਜੀ? ਡਾਟਾ ਸੋਰਸ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਡਾਟਾ ਸੋਰਸ। ਅਗਲਾ ਸਵਾਲ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਵਨ ਆਫ ਦਾ 3 ਮੇਲ ਮਰਜ ਹੈਲਪਰ ਸਟੈਪਸ, ਹੇਠਾਂ ਵਿੱਚੋਂ ਕਿਹੜਾ 3 ਮੇਲ ਮਰਜ ਹੈਲਪਰ ਕਦਮ ਨਹੀਂ ਹੈ? ਦੇਖੋ ਜੀ, ਮਰਜ ਦਾ 2 ਫਾਈਲਸ ਇਹ ਵੀ ਹੈ, ਕ੍ਰੀਏਟ ਦਾ ਮੇਨ ਡਾਕੂਮੈਂਟ ਇਹ ਵੀ ਹੈ, ਕ੍ਰੀਏਟ ਦਾ ਡਾਟਾ ਸੋਰਸ ਇਹ ਵੀ ਹੈ, ਅਤੇ ਕਿਹੜਾ ਨਹੀਂ ਹੈ? ਸੈਟ ਦਾ ਮੇਲਿੰਗ ਲਿਸਟ ਪੈਰਾਮੀਟਰਸ ਇਹ ਨਹੀਂ ਹੈ। ਤਾਂ ਇਸ ਦਾ ਸਹੀ ਜਵਾਬ ਆਪਸ਼ਨ ਨੰਬਰ 3 ਹੋ ਜਾਵੇਗਾ, ਸੈਟ ਦਾ ਮੇਲਿੰਗ ਲਿਸਟ ਪੈਰਾਮੀਟਰਸ। ਵਿਚ ਆਫ ਦਾ ਫੋਲੋਇੰਗ ਬਟਨ will allow you to add, delete or change records in your data source, ਹੇਠਾਂ ਦਿੱਤਾ ਕਿਹੜਾ ਬਟਨ ਤੁਹਾਨੂੰ ਆਪਣੇ ਡੇਟਾ ਸਰੋਤ ਵਿੱਚ ਰਿਕਾਰਡ ਜੋੜਨ, ਮਿਟਾਉਣ ਅਤੇ ਬਦਲਣ ਦੀ ਆਗਿਆ ਦੇਵੇਗਾ? ਐਡਿਟ ਡਾਟਾ ਸੋਰਸ ਬਟਨ। ਕਿਹੜਾ ਬਟਨ? ਐਡਿਟ ਡਾਟਾ ਸੋਰਸ ਬਟਨ। ਇਟ ਇਜ਼ ਪੋਸੀਬਲ ਟੂ, ਇਹ ਸੰਭਵ ਹੈ, ਕ੍ਰੀਏਟ ਕਰਨਾ ਵੀ ਪੋਸੀਬਲ ਹੈ, ਮੋਡੀਫਾਈ ਕਰਨਾ ਵੀ ਪੋਸੀਬਲ ਹੈ, ਅਤੇ ਸੌਰਟ ਕਰਨਾ ਵੀ ਪੋਸੀਬਲ ਹੈ। ਤਾਂ ਇਸ ਦਾ ਸਹੀ ਆਨਸਰ ਹੋ ਜਾਏਗਾ ਜੀ ਆਲ ਦਾ ਅਬਵ। ਅਗਲਾ ਸਵਾਲ, ਵਟ ਇਜ਼ ਦਾ ਡਿਫੌਲਟ ਫੌਂਟ ਸਾਈਜ਼ ਆਫ ਅ ਨਿਊ ਵਰਡ ਡਾਕੂਮੈਂਟ ਬੇਸਡ ਔਨ ਨਾਰਮਲ ਟੈਂਪਲੇਟ, ਸਧਾਰਨ ਟੈਂਪਲੇਟ ਦੇ ਆਧਾਰ 'ਤੇ ਨਵੇਂ ਵਰਡ ਡਾਕੂਮੈਂਟ ਦਾ ਫੌਂਟ ਸਾਈਜ਼ ਕੀ ਹੁੰਦਾ ਹੈ? 12 ਪੁਆਇੰਟ ਦਾ ਹੁੰਦਾ ਹੈ। ਠੀਕ ਹੈ ਜੀ, ਯਾਦ ਰੱਖਣਾ ਆਪਸ਼ਨ ਨੰਬਰ 2 12 ਪੁਆਇੰਟ ਦਾ। ਅਗਲਾ ਸਵਾਲ, ਵਟ ਇਜ਼ ਦਾ ਡਿਫੌਲਟ ਫੌਂਟ ਯੂਜ਼ਡ ਇਨ MS ਵਰਡ ਡਾਕੂਮੈਂਟ, ਡਿਫੌਲਟ ਫੌਂਟ ਕਿਹੜਾ ਹੁੰਦਾ? MS ਵਰਡ ਡਾਕੂਮੈਂਟ ਵਿੱਚ ਡਿਫੌਲਟ ਫੌਂਟ ਕੀ ਹੈ? ਟਾਈਮਸ ਨਿਊ ਰੋਮਨ ਹੁੰਦਾ ਹੈ। ਠੀਕ ਹੈ ਜੀ, ਯਾਦ ਰੱਖਣਾ ਹੈ, ਕਈ ਵਾਰ ਇਹ ਪੁੱਛਿਆ ਗਿਆ ਸਵਾਲ, ਕਾਮਨ ਜਿਹਾ ਸਵਾਲ ਹੈ, ਤਾਂ ਯਾਦ ਰੱਖਣਾ ਹੈ ਟਾਈਮਸ ਨਿਊ ਰੋਮਨ, ਟਾਈਮਸ ਨਿਊ ਰੋਮਨ। ਅਗਲਾ ਸਵਾਲ, ਵਿਚ ਟੈਬ ਇਨ ਫੌਂਟ ਡਾਇਲੌਗ ਬਾਕਸ ਕੰਟੇਨਸ ਆਪਸ਼ਨ ਟੂ ਅਪਲਾਈ ਫੌਂਟ ਇਫੈਕਟਸ, ਫੌਂਟ ਡਾਇਲੌਗ ਬਾਕਸ ਦੀ ਕਿਹੜੀ ਟੈਬ ਵਿੱਚ ਫੌਂਟ ਪ੍ਰਭਾਵ ਲਾਗੂ ਕਰਨ ਲਈ ਵਿਕਲਪ ਹਨ? ਫੌਂਟ ਟੈਬ ਦੇ ਵਿੱਚ। ਠੀਕ ਹੈ ਜੀ, ਆਪਸ਼ਨ ਨੰਬਰ 1 ਫੌਂਟ ਟੈਬ। ਡਰੋਪ ਕੈਪ ਮੀਨਸ, ਡਰੋਪ ਕੈਪ ਦਾ ਅਰਥ ਕੀ ਹੈ ਜੀ? ਆਲ ਕੈਪਸ, ਸਮਾਲ ਕੈਪਸ ਜਾਂ ਟਾਈਟਲ ਕੈਪਸ, ਜਾਂ ਸਾਰੀਆਂ ਦੀ? ਤਾਂ ਇਸ ਦਾ ਸਹੀ ਆਨਸਰ ਹੈ ਜੀ ਆਲ ਦਾ ਅਬਵ। ਡਰੋਪ ਕੈਪਸ ਦਾ ਮਤਲਬ ਹੈ ਜੀ ਆਲ ਕੈਪਸ, ਸਮਾਲ ਕੈਪਸ ਅਤੇ ਟਾਈਟਲ ਕੇਸ। ਅਗਲਾ ਸਵਾਲ, ਵਟ ਇਜ਼ ਦਾ ਸ਼ਾਰਟਕਟ ਕੀ ਟੂ ਓਪਨ ਫੌਂਟ ਡਾਇਲੌਗ ਬਾਕਸ, ਫੌਂਟ ਡਾਇਲੌਗ ਬਾਕਸ ਖੋਲ੍ਹਣ ਲਈ ਸ਼ਾਰਟਕਟ ਕੀ ਕਿਹੜੀ ਹੈ? Ctrl+D। ਕਿਹੜੀ? Ctrl+D। ਸ਼ਾਰਟਕਟ ਕੀ ਕਈ ਵਾਰ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ, ਤਾਂ ਆਪਾਂ ਯਾਦ ਰੱਖਣੀਆਂ ਨੇ, ਖਾਸ ਕਰ ਇਹ ਫੌਂਟ ਡਾਇਲੌਗ ਬਾਕਸ ਲਈ, ਬਾਕਸ ਨੂੰ ਖੋਲ੍ਹਣ ਦੇ ਲਈ ਸ਼ਾਰਟਕਟ ਕਿਹੜੀ ਹੈ? Ctrl+D। ਅਗਲਾ ਦੇਖੋ ਜੀ, ਹਾਊ ਕੈਨ ਯੂ ਐਕਸੈਸ ਦਾ ਫੌਂਟ ਸਾਈਜ਼ ਟੂਲ ਔਨ ਫਾਰਮੈਟਿੰਗ ਟੂਲ ਬਾਰ, Ctrl+Shift+P ਦੇ ਨਾਲ ਫਾਰਮੈਟਿੰਗ ਟੂਲ ਬਾਰ 'ਤੇ ਤੁਸੀਂ ਫੌਂਟ ਸਾਈਜ਼ ਟੂਲ ਤੱਕ ਕਿਵੇਂ ਪਹੁੰਚ ਸਕਦੇ ਹੋ? Ctrl+Shift+P। ਅਗਲਾ ਸਵਾਲ, ਹਾਊ ਕੈਨ ਯੂ ਮੇਕ ਦਾ ਸਿਲੈਕਟਡ ਕਰੈਕਟਰ ਸੁਪਰਸਕ੍ਰਿਪਟਡ, ਸੁਪਰਸਕ੍ਰਿਪਟ ਦੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਤਾਂ ਅੱਜ ਦੇਖੀ ਜੀ ਇਸ ਦਾ ਸ਼ਾਰਟਕਟ ਕੀ ਕਿਹੜੀ ਹੈ ਜੀ? ਆਪਾਂ ਕਿਸੇ ਸਿਲੈਕਟਡ ਕਰੈਕਟਰ ਨੂੰ ਸੁਪਰਸਕ੍ਰਿਪਟ ਕਿਵੇਂ ਕਰ ਸਕਦੇ ਹਾਂ? Ctrl+Shift+= ਦੇ ਨਾਲ, Ctrl+Shift+= ਦੇ ਨਾਲ। ਵਟ ਡਜ਼ Ctrl+- ਕੀ ਇਫੈਕਟ, Ctrl+- ਕੀ ਪ੍ਰਭਾਵ ਹੈ? ਇਹ ਸਬਸਕ੍ਰਿਪਟ ਦੇ ਲਈ ਯੂਜ਼ ਕੀਤੀ ਜਾਂਦੀ ਹੈ ਜੀ। ਠੀਕ ਹੈ ਜੀ, ਸਬਸਕ੍ਰਿਪਟ ਦੇ ਲਈ। ਹਾਊ ਕੈਨ ਯੂ ਇਨਕਰੀਜ਼ ਦਾ ਫੌਂਟ ਸਾਈਜ਼ ਆਫ ਸਿਲੈਕਟਡ ਟੈਕਸਟ ਬਾਈ 1 ਪੁਆਇੰਟ ਐਵਰੀ ਟਾਈਮ, ਤੁਸੀਂ ਹਰ ਵਾਰ ਇੱਕ ਬਿੰਦੂ ਦੁਆਰਾ ਚੁਣੇ ਟੈਕਸਟ ਦੀ ਫੌਂਟ ਆਕਾਰ ਨੂੰ ਕਿਵੇਂ ਵਧਾ ਸਕਦੇ ਹੋ? ਬਾਈ ਪ੍ਰੈਸਿੰਗ Ctrl+² ਬ੍ਰੈਕਟ, Ctrl+² ਉਹ ਵੀ ਇੱਧਰ ਨੂੰ ਮੂੰਹ ਵਾਲੀ। ਠੀਕ ਹੈ ਜੀ, ਤਾਂ ਇਹ ਸੀ ਅੱਜ ਦੀ ਆਪਣੀ ਵੀਡੀਓ। ਆਈ ਹੋਪ ਕਿ ਤੁਹਾਨੂੰ ਸਹੀ ਤਰ੍ਹਾਂ ਸਮਝ ਆ ਗਈ ਹੋਵੇਗੀ। ਜੇਕਰ ਕੋਈ ਵੀ ਡਾਊਟ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਅੱਜ ਦੀ ਵੀਡੀਓ ਆਪਾਂ ਇੱਥੇ ਖ਼ਤਮ ਕਰਦੇ ਹਾਂ। ਧੰਨਵਾਦ।